हम अवगुण परे एक गुण नाही, अमृत छाड़ बिख बिख, माया मोह परम पै भूले, सुतदारा स्यों एक उत्तम पंथ सुन्यो गुर संगत, तेह मिलंत जम त्रास मिटाई, एक अरदास पाठ गुर रामदास, सुख होटल गुर सेविया, अहनस सहज आए, दर्शन परस गुरु कै, जन्म मरण दुख जाए, सिफत खसमदे नूर अरसों कुरसों चटिया, तुद डिठे सच्चे पातशाह, माल जन्म जन्म दी कटिया, सज्जन सच्चा पातशाहो, सिर साहांद साहू, जिस पास बैठिया सोईए, सबना दा वेसाहू। सतनाम श्री वाहिगुरु साहिब जी। आसा महला पंजवा, दोपदा इक, साधु संग सिखायो नाम, सर्ब मनोरथ पूरन काम। साधु संग सिखायो नाम, सर्ब मनोरथ पूरन काम। बुझ गई तृष्णा हर जस है अगाने, जप जप जीवा सारग पाने। करन करावन सरन परया, गुर प्रसाद सहज घर पाया। मिटया अंधेरा चंद चढ़या, रहाओ लाल जवे हर परे पंडार। तोट न आवे जप निरंकार, अमृत शब्द पीवै जन कोय। नानक ताके परम गत होए, लाल जवे हर परे पंडार। तोट न आवे जप निरंकार, अमृत शब्द पीवै जन कोय। नानक ताके परम गत होए। वाहिगुरु जी का खालसा, वाहिगुरु जी की फतेह। परम सत्कार ते सन्मानयोग गुरु की साजी और नवाजी हुई गुरु का खास रूप गुरु खालसा साध संगत जियो तंता दे पात्र हो।
ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਦੇ ਮਾਲਕ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਗੁਰਦੇਵ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੇ ਵਾਕ ਸਰਵਣ ਕਰੀਏ। ਵਾਕ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਹੁੰਦੇ ਨੇ ਅਵਾਂਤਰ ਵਾਕ, ਦੂਸਰੇ ਹੁੰਦੇ ਨੇ ਮਹਾਵਾਕ। ਅਵਾਂਤਰ ਵਾਕ ਦਾ ਮਤਲਬ ਹੁੰਦਾ ਜਿਹੜੇ ਵਾਕ ਬ੍ਰਹਮ ਦੇ ਸਰੂਪ ਨੂੰ ਜਣਾਉਂਦੇ ਹਨ, ਪਰਮੇਸ਼ਰ ਦੇ ਸਰੂਪ ਬਾਰੇ ਦੱਸਦੇ ਹਨ। ਜਿਨ੍ਹਾਂ ਵਾਕਾਂ ਦੁਆਰਾ ਪਰਮੇਸ਼ਰ ਦੇ ਸਰੂਪ ਦਾ ਗਿਆਨ ਹੋਵੇ, ਪਰਮੇਸ਼ਵਰ ਦੇ ਸਰੂਪ ਨੂੰ ਜਾਣਨਾ ਹੋਵੇ, ਉਹਨਾਂ ਨੂੰ ਅਵਾਂਤਰ ਵਾਕ ਕਹਿੰਦੇ ਹਨ। ਦੂਸਰੇ ਨੇ ਮਹਾਵਾਕ। ਮਹਾਵਾਕ ਜੋ ਇਹ ਜਣਾਣ ਕਿ ਤੂੰ ਹੀ ਬ੍ਰਹਮ ਹੈ, ਤੇਰੇ ਵਿੱਚ ਔਰ ਬ੍ਰਹਮ ਵਿੱਚ ਕੋਈ ਭੇਦ ਨਹੀਂ, ਫਰਕ ਨਹੀਂ। ਅੰਦਰ ਬ੍ਰਹਮ ਦੇ ਸਰੂਪ ਨੂੰ ਸਾਖਸ਼ਾਤਕਾਰ ਕਰ ਦੇਣ। ਜਿਵੇਂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਵਿੱਚ ਮਿਲਿਆ ਹੋਇਆ, ਉਹ ਤੇਰਾ ਹੀ ਸਰੂਪ ਹੈ। ਇੱਦਾਂ ਜਿਹੜੇ ਵਾਕ ਹਿਰਦੇ ਵਿੱਚ ਸਰੂਪ ਨੂੰ ਸਾਖਸ਼ਾਤਕਾਰ ਕਰਦੇ ਨੇ, ਉਹਨਾਂ ਨੂੰ ਮਹਾਵਾਕ ਕਹਿੰਦੇ ਹਨ। ਗੁਰਬਾਣੀ ਵਿੱਚ ਮਹਾਵਾਕ ਵੀ ਨੇ, ਗੁਰਬਾਣੀ ਵਿੱਚ ਅਵਾਂਤਰ ਵਾਕ ਵੀ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਨੂੰ ਵਿਚਾਰੀਏ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾ, ਦੋ ਪਦਾ ਇੱਕ। ਸਾਧੂ ਸੰਗ ਸਿਖਾਇਓ ਨਾਮ। ਆਸਾ ਰਾਗ ਹੈ। ਹਿੰਦੁਸਤਾਨ ਦੇ ਵਿੱਚ ਸੰਗੀਤ ਦੀਆਂ ਜਿਹੜੀਆਂ ਪੱਧਤੀਆਂ ਨੇ ਉਹ ਵੱਖੋ ਵੱਖਰੀਆਂ ਨੇ। ਹਿੰਦੁਸਤਾਨ ਦੀ ਇੱਕ ਸ਼ਾਸਤਰੀ ਸੰਗੀਤ ਦੀ ਪੱਧਤੀ ਚੱਲਦੀ ਹੈ, ਜਿਹਦੇ ਵਿੱਚ ਬਹੁਤ ਸਾਰੇ ਰਾਗ ਨੇ। ਦੂਸਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਸੰਗੀਤ ਹੈ, ਇਹਨੂੰ ਗੁਰਮਤਿ ਸੰਗੀਤ ਕਹਿੰਦੇ ਆ। ਕੁਝ ਰਾਗ ਸੁਤੇ ਸਿੱਧ ਸੁਭਾਵਕ ਨੇ ਜਿਹੜੇ ਸ਼ਾਸਤਰੀ ਸੰਗੀਤ ਨਾਲ ਮਿਲ ਜਾਂਦੇ ਨੇ, ਪਰ ਗੁਰਮਤਿ ਸੰਗੀਤ ਦੇ ਵਿੱਚ ਰਾਗ ਵਿਦਿਆ ਨੂੰ ਗਾਇਨ ਕਰਨ ਦਾ ਪ੍ਰਕਾਰ ਉਸ ਤਰੀਕੇ ਨਾਲ ਚੱਲਦਾ ਜੋ ਗੁਰੂ ਨਾਨਕ ਸਾਹਿਬ ਨੇ ਚਲਾਇਆ। ਜੋ ਆਸਾ ਰਾਗ ਹੈ, ਇਹ ਰਾਗ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਰਾਗ ਹੈ। ਇਹ ਹਿੰਦੁਸਤਾਨ ਦੇ ਸ਼ਾਸਤਰੀ ਸੰਗੀਤ ਵਿੱਚ ਇਹ ਰਾਗ ਨਹੀਂ ਸੀ। ਇਹਦੇ ਨਾਲ ਮਿਲਦੀਆਂ ਜੁਲਦੀਆਂ ਸੁਰਾਂ ਵਾਲੇ ਰਾਗ ਤਾਂ ਸਨ, ਪਰ ਆਸਾ ਰਾਗ ਹਿੰਦੁਸਤਾਨ ਦੇ ਸ਼ਾਸਤਰੀ ਸੰਗੀਤ ਵਿੱਚ ਨਹੀਂ ਸੀ। ਇਹ ਰਾਗ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਉਤਪੰਨ ਹੋਇਆ। ਆਸਾ ਅੰਮ੍ਰਿਤ ਵੇਲੇ ਦਾ ਰਾਗ ਹੈ। ਰਾਤ ਦੇ ਪਿਛਲੇ ਪਹਿਰ ਯਾਨੀ ਕਿ ਅੰਮ੍ਰਿਤ ਵੇਲੇ ਦੇ ਸਮੇਂ ਆਸਾ ਰਾਗ ਗਾਇਨ ਕਰਨ ਦਾ ਹੁਕਮ ਹੈ। ਇਸੇ ਕਰਕੇ ਆਸਾ ਜੀ ਦੀ ਵਾਰ ਦਾ ਕੀਰਤਨ
ਪੁਰਾਤਨ ਰਾਗੀ ਸਿੰਘ ਆਸਾ ਰਾਗ ਦੇ ਵਿੱਚ ਹੀ ਗਾਇਨ ਕਰਦੇ ਆ। ਭੈਰੋਂ, ਆਸਾ ਇਹ ਅੰਮ੍ਰਿਤ ਵੇਲੇ ਦੇ ਰਾਗ ਨੇ। ਤੋ ਇਹ ਰਾਗ ਕੇਵਲ ਗੁਰੂ ਨਾਨਕ ਸਾਹਿਬ ਨੇ ਗਾਇਆ ਤੇ ਅੰਮ੍ਰਿਤ ਵੇਲੇ ਦਾ ਰਾਗ ਹੈ। ਤੋ ਆਸਾ ਰਾਗ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ। ਦੋ ਪਦਾ, ਦੋ ਪਦਿਆਂ ਵਾਲਾ ਸ਼ਬਦ ਹੈ। ਅੱਗੇ ਗਿਣਤੀ ਵਿੱਚ ਲਿਖਿਆ ਇੱਕ। ਆਮ ਕਰਕੇ ਸਾਡੇ ਕਈ ਵੀਰ ਜਾਂ ਸੰਗਤ ਦੇ ਵਿੱਚ ਜਦੋਂ ਸੰਥਿਆ ਤੋਂ ਬਿਨਾਂ ਗੁਰਬਾਣੀ ਪੜ੍ਹਦੇ ਨੇ ਤੇ ਉਹ ਦੋ ਪਦਾ ਪਹਿਲਾਂ ਕਹਿ ਜਾਂਦੇ ਨੇ। ਜਦੋਂ ਘਰ ਲਿਖਿਆ ਹੋਵੇ, ਦੁਪਦੇ ਦੀ ਥਾਂ ਦੇ ਉੱਤੇ ਘਰ ਲਿਖਿਆ ਹੁੰਦਾ ਤੇ ਘਰ ਦੇ ਨਾਲ ਜੇ ਇੱਕ ਲਿਖਿਆ ਹੁੰਦਾ ਫਿਰ ਕਹਿਣਾ ਸੀ ਘਰ ਪਹਿਲਾ, ਦੋ ਲਿਖਿਆ ਹੁੰਦਾ ਫਿਰ ਕਹਿਣਾ ਸੀ ਘਰ ਦੂਜਾ, ਤਿੰਨ ਲਿਖਿਆ ਹੁੰਦਾ ਤੇ ਕਹਿਣਾ ਸੀ ਘਰ ਤੀਜਾ। ਪਰ ਜਦੋਂ ਦੁਪਦਾ ਸ਼ਬਦ ਲਿਖਿਆ, ਦੁਪਦਾ ਯਾਨੀ ਕਿ ਦੋ ਪਦ ਨੇ, ਦੋ ਬੰਦ ਨੇ ਇਸ ਸ਼ਬਦ ਦੇ, ਅੱਗੇ ਇੱਕ ਲਿਖਿਆ ਤੇ ਇੱਥੇ ਇੱਕ ਹੀ ਉਚਾਰਨ ਹੋਣਾ। ਇਹ ਮਰਜ਼ਾਦਾ ਹੈ। ਦੋ ਪਦਾ ਇੱਕ, ਦੋ ਪਦਿਆਂ ਵਾਲਾ ਇੱਕ ਸ਼ਬਦ ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਕੇ ਲਿਖਾ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਸਾਧੂ ਸੰਗ ਸਿਖਾਇਓ ਨਾਮ। ਕਹਿੰਦੇ ਸਾਧੂ ਜਨਾਂ ਦੀ ਸੰਗਤ ਦੇ ਦੁਆਰਾ, ਸਾਧੂ ਸੰਗਤ ਦੇ ਦੁਆਰਾ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕਰਕੇ ਸਾਧ ਸੰਗਤ ਦੇ ਰਾਹੀਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਣ ਦਾ ਤਰੀਕਾ ਜਾਂ ਨਾਮ ਜਪਣ ਦੀ ਸਾਧਨਾ ਕਰਨ ਦੀ ਜਿਹੜੀ ਜੁਗਤ ਹੈ ਉਹ ਸਿਖਾ ਦਿੱਤੀ ਹੈ। ਸਾਧ ਸੰਗਤ ਨੇ ਸਿਖਾਇਆ। ਸਾਧ ਸੰਗਤ ਹੀ ਸਿਖਾਉਂਦੀ ਹੈ ਸਭ ਕੁਝ। ਇਸ ਕਰਕੇ ਗੁਰਬਾਣੀ ਵਿੱਚ ਗੁਰਦੇਵ ਨੇ ਸਾਧ ਸੰਗਤ ਨੂੰ ਚਟਸਾਲ ਸ਼ਬਦ ਨਾਲ ਸੰਬੋਧਨ ਕੀਤਾ ਹੈ। ਚਟਸਾਲ ਜਿਵੇਂ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਹਾਂ ਸਕੂਲ, ਵਿਦਿਆਲਾ, ਇੱਦਾਂ ਪਹਿਲੇ ਸਮਿਆਂ 'ਚ ਸਕੂਲਾਂ ਨੂੰ ਕਿਹਾ ਜਾਂਦਾ ਸੀ ਚਟਸਾਲ। ਉੱਥੇ ਪੜ੍ਹਨ ਵਾਲਿਆਂ ਨੂੰ ਕਿਹਾ ਜਾਂਦਾ ਸੀ ਚਾਟੜੇ। ਤੋ ਸਾਧ ਸੰਗਤ ਚਟਸਾਲ ਹੈ। ਪਾਤਸ਼ਾਹ ਕਹਿੰਦੇ ਜਿਹੜੀ ਸਾਧ ਸੰਗਤ ਹੈ ਇਹ ਚਟਸਾਲ ਹੈ, ਇਹ ਸਕੂਲ ਹੈ, ਇਹ ਵਿਦਿਆਲਾ ਹੈ, ਜਿੱਥੇ ਆ ਕੇ ਸਤ ਸੰਗੀਆਂ ਨੂੰ ਪਰਮੇਸ਼ਰ ਦੇ ਗੁਣ ਸਿੱਖਣ ਨੂੰ ਪ੍ਰਾਪਤ ਹੁੰਦੇ ਨੇ। ਜਿੱਥੇ ਆ ਕੇ ਜਿਹੜੇ ਸਤ ਸੰਗੀ ਨੇ ਉਹਨਾਂ ਨੂੰ ਪਰਮੇਸ਼ਰ ਦੇ ਗੁਣ ਸਿੱਖਣ ਨੂੰ ਹਾਸਲ ਹੁੰਦੇ ਆ, ਪ੍ਰਾਪਤ ਹੁੰਦੇ। ਇਹ ਸਾਧ ਸੰਗਤ ਦੀ ਬਰਕਤ ਹੈ। ਸਾਧ ਸੰਗਤ ਤੋਂ ਬਿਨਾਂ ਗੁਣ ਨਹੀਂ ਆਉਂਦੇ ਹਿਰਦੇ 'ਚ। ਖਾਲਸਾ ਜੀ, ਹਰ ਇੱਕ ਮਾਈ ਭਾਈ ਵਾਸਤੇ ਸਤ ਸੰਗਤ ਕਰਨੀ ਜ਼ਰੂਰੀ ਹੈ। ਅੱਜ ਇੱਕ ਵੱਡੀ ਸਮੱਸਿਆ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਨ੍ਹਾਂ ਵੀਰਾਂ ਭੈਣਾਂ ਨੇ ਕਦੇ ਸੰਗਤ ਨਹੀਂ ਕੀਤੀ ਹੁੰਦੀ, ਉਹ ਜਦੋਂ ਸਿੱਧੇ ਅੰਮ੍ਰਿਤ ਛਕ ਲੈਂਦੇ, ਆ ਕੇ ਖੰਡੇ ਦੀ ਪੋਲ ਛਕ ਲੈਂਦੇ ਹੈ, ਕੁਝ ਦਿਨਾਂ ਤੋਂ ਬਾਅਦ ਉਹ ਮੁੜ ਕੇ ਫਿਰ ਪਤਿਤ ਹੋ ਜਾਂਦੇ। ਉਹ ਸ਼੍ਰੀ ਸਾਹਿਬ ਲਾ ਕੇ ਟੰਗ ਦਿੰਦੇ ਆ, ਤੋ ਇਦਾਂ ਦੇ ਆਲਮ ਬਣ ਜਾਂਦੇ ਆ। ਜਾਂ ਕੋਈ ਉਦਾਂ ਹੀ ਕਿਤੇ ਮਾੜੀ ਮੋਟੀ ਸੁਭਾਵਕ ਕੋਈ ਕਕਾਰ ਸਰੀਰ ਤੋਂ ਦੂਰ ਹੋ ਗਿਆ ਤੇ ਤਾਂ ਵੀ ਉਹ ਕਕਾਰ ਤਿਆਗ ਕੇ ਤੇ ਕਹਿੰਦੇ ਜੀ ਸਾਡਾ ਅੰਮ੍ਰਿਤ ਖੰਡਨ ਹੋ ਗਿਆ, ਅਸੀਂ ਇਸ ਕਰਕੇ ਕਿਰਪਾਨ ਲਾ ਕੇ ਰੱਖ ਦਿੱਤੀ ਹੈ। ਜਦੋਂ ਪੁੱਛੋ ਵੀ ਕਿਵੇਂ ਖੰਡਨ ਹੋਇਆ, ਕਹਿੰਦੇ ਜੀ ਕਛਹਿਰਾ ਦੋਨਾਂ ਪੈਰਾਂ 'ਚੋਂ ਇਸ਼ਨਾਨ ਕਰਦਿਆਂ ਲੱਥ ਗਿਆ ਸੀ। ਕੋਈ ਕਹਿੰਦਾ ਜੀ ਕੜਾ ਲੈ ਗਿਆ ਸੀ ਮੇਰੇ ਹੱਥੋਂ ਤੇ ਫਿਰ ਅੰਮ੍ਰਿਤ ਖੰਡਨ ਹੋ ਗਿਆ ਤੇ ਅਸੀਂ ਕਿਰਪਾਨ ਵੀ ਲਾਤੀ। ਕੋਈ ਕਹਿੰਦਾ ਜੀ ਕਿਰਪਾਨ ਡਿੱਗ ਪਈ ਸੀ, ਅੰਮ੍ਰਿਤ ਖੰਡਨ ਹੋ ਗਿਆ ਤੇ ਇਸ ਕਰਕੇ ਅਸੀਂ ਫਿਰ ਮੁੜ ਕੇ ਪਾਈ ਨਹੀਂ ਜੀ। ਇਹ ਕਿਉਂ ਹੁੰਦਾ? ਕਿਉਂਕਿ ਸੰਗਤ ਵਿੱਚ ਆ ਕੇ ਕਦੇ ਸਿੱਖਿਆ ਹੀ ਨਹੀਂ, ਕਥਾ ਕੀਰਤਨ ਦੇ ਰਾਹੀਂ ਜਾਣਿਆ ਹੀ ਨਹੀਂ
ਕਿ ਇਤਨੀ ਗੱਲ ਦੇ ਨਾਲ ਅੰਮ੍ਰਿਤ ਖੰਡਨ ਨਹੀਂ ਹੋ ਜਾਂਦਾ ਜਦੋਂ ਤੱਕ 4 ਬੱਜਰ ਕੁਰੈਤਾਂ ਨਹੀਂ ਹੁੰਦੀਆਂ। ਅੰਮ੍ਰਿਤ ਕਦੋਂ ਖੰਡਨ ਹੁੰਦਾ? ਜਦੋਂ 4 ਬੱਜਰ ਕੁਰੈਤਾਂ ਵਿੱਚੋਂ ਇੱਕ ਵੀ ਕੋਈ ਕਰ ਲੈਂਦਾ। ਆਪਰੇਸ਼ਨ ਦੇ ਦੌਰਾਨ, ਮੈਡੀਕਲੀ ਸਥਿਤੀ ਦੇ ਦੌਰਾਨ ਅਗਰ ਕਿਸੇ ਦੇ ਸਰੀਰ ਤੋਂ ਕੇਸ ਰੋਮ ਜਿਹੜੇ ਨੇ ਉਹ ਕਤਲ ਕਰ ਦਿੱਤੇ ਜਾਂਦੇ ਆ ਡਾਕਟਰਾਂ ਵੱਲੋਂ, ਤਾਂ ਉਹਦੀ ਵੀ ਇੱਕ ਸਮੱਸਿਆ ਹੈ, ਉਹਨੂੰ ਦੁਬਾਰਾ ਅੰਮ੍ਰਿਤ ਛਕਣਾ ਪਵੇਗਾ। ਜੇ ਕੇਸ ਕਤਲ ਹੋ ਜਾਣ ਤਾਂ ਦੁਬਾਰਾ ਅੰਮ੍ਰਿਤ ਛਕਣ ਦੀ ਮਰਿਆਦਾ ਸਾਡੇ ਬਜ਼ੁਰਗਾਂ ਨੇ ਰੱਖੀ ਹੈ। ਜਗਤ ਜੂਠ ਦੀ ਕਿਸੇ ਵਰਤੋਂ ਕਰ ਲਈ ਜਾਂ ਕੁੱਠਾ ਖਾ ਲਿਆ ਤੇ ਜਾਂ ਫਿਰ ਆਪਣੇ ਕਰੈਕਟਰ ਤੋਂ, ਆਚਰਣ ਤੋਂ ਡਿੱਗ ਗਿਆ, ਵਿਭਚਾਰੀ ਹੋ ਗਿਆ, ਪਰ ਇਸਤਰੀ ਜਾਂ ਪਰਪੁਰਖ ਬਗਾਮੀ ਹੋਇਆ, ਇਹ 4 ਬੱਜਰ ਕੁਰੈਤਾਂ ਤੋਂ ਬਾਅਦ ਪ੍ਰਵਧਾਨ ਹੈ ਖੰਡੇ ਦੀ ਪਹੁਲ ਛਕਣ ਦਾ। ਹੁਣ ਇਹ ਸਾਰਾ ਕੁਝ ਮਰਿਆਦਾ, ਰਹਿਣੀ ਬਹਿਣੀ, ਇਹ ਸਭ ਕੁਝ ਸਾਧ ਸੰਗਤ ਵਿੱਚ ਆ ਕੇ ਸਿੱਖਣ ਨੂੰ ਪ੍ਰਾਪਤ ਹੁੰਦਾ ਹੈ। ਜੇ ਕੋਈ ਸਾਲ 2 ਸਾਲ 4 ਸਾਲ ਸੰਗਤ ਕਰੇ, ਕਥਾ ਸੁਣੇ, ਕੀਰਤਨ ਸੁਣੇ, ਗੁਰੂ ਘਰ ਆ ਕੇ ਭਾਂਡੇ ਮਾਂਜੇ, ਜੋੜੇ ਝਾੜੇ, ਝਾੜੂ ਫੇਰਨ ਦੀ ਸੇਵਾ ਕਰੇ, ਫਿਰ ਉਹਨੂੰ ਸਾਰੀ ਮਰਿਆਦਾ ਦਾ ਪਤਾ ਲੱਗੇ, ਫਿਰ ਆਵੇ ਗੁਰੂ ਕੀ ਸ਼ਰਨ, 5 ਪਿਆਰਿਆਂ ਦੀ ਸ਼ਰਨ, ਆ ਕੇ ਖੰਡੇ ਦੀ ਪਹੁਲ ਛਕੇ ਔਰ ਤਿਆਰ ਬਰ ਤਿਆਰ ਹੋਵੇ। ਫਿਰ ਉਹ ਸਾਰੀ ਜ਼ਿੰਦਗੀ ਆਪਣੀ ਮਰਿਆਦਾ ਨੂੰ ਨਿਭਾਉਂਦਾ। ਪੁਰਾਤਨ ਸਮਿਆਂ 'ਚ ਇੱਦਾਂ ਹੀ ਸਿੰਘ ਕਰਦੇ ਸਨ। ਕਿਸੇ ਨੇ ਪਹੁਲ ਛਕਣ ਆਉਣਾ, ਉਹਨਾਂ ਨੂੰ ਕਹਿਣਾ ਚੱਲ ਵੀ ਪਹਿਲਾਂ ਘੋੜਿਆਂ ਦੀ ਲਿੱਦ ਚੁੱਕ, ਬਾਟੇ ਮਾਂਜ। ਹੁਣ ਵੀ ਬਹੁਤ ਸਾਰੀਆਂ ਜਥੇਬੰਦੀਆਂ ਵਿੱਚ ਇਸੇ ਤਰ੍ਹਾਂ ਹੀ ਆ ਵੀ ਪਹਿਲਾਂ ਮਰਿਆਦਾ ਸਿੱਖੋ। ਜਦੋਂ ਉਹਨੇ ਮਰਿਆਦਾ ਸਿੱਖ ਲੈਣੀ, ਨਿਤਨੇਮ ਦੀ ਸੰਥਿਆ ਕਰ ਲੈਣੀ, ਨਿਤਨੇਮ ਕਰਨ ਲੱਗ ਪੈਣਾ, ਫਿਰ ਉਹਨੂੰ ਕਹਿਣਾ ਵੀ ਆ ਜਾ ਭਾਈ, ਹੁਣ ਤੈਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਬੈ ਕਰੀਏ। ਬੈ ਕਰੀਏ ਯਾਨੀ ਕਿ ਹੁਣ ਤੂੰ ਆਪਣਾ ਸਿਰ 5 ਪਿਆਰਿਆਂ ਦੀ ਸ਼ਰਨ 'ਚ ਆ ਕੇ ਵੇਚ ਦੇ, ਆਪਣਾ ਇਹ ਸਿਰ ਵੇਚ ਦੇ ਗੁਰੂ ਚਰਨਾਂ 'ਚ। ਹੁਣ ਤੂੰ ਪਹੁਲ ਛਕ, ਸਿੰਘ ਸੱਜ। ਤੋ ਇਹ ਮਰਿਆਦਾ ਸੀ। ਤੋ ਸਾਧ ਸੰਗਤ ਵਿੱਚ ਬਹੁਤ ਕੁਝ ਸਿੱਖਣ ਨੂੰ ਪ੍ਰਾਪਤ ਹੁੰਦਾ ਹੈ। ਬਹੁਤ ਸਾਰੇ ਸਤਸੰਗੀ ਮਿਲਦੇ ਹੈ ਜਿਹੜੇ ਕਹਿੰਦੇ ਜਦੋਂ ਦੀ ਅਸੀਂ ਸੰਗਤ ਕਰਨ ਲੱਗੇ ਹਾਂ, ਕਥਾ ਸੁਣਨ ਲੱਗੇ ਹਾਂ, ਕੀਰਤਨ ਸੁਣਨ ਲੱਗੇ ਹਾਂ, ਸਾਨੂੰ ਪਤਾ ਹੀ ਹੋਣ ਲੱਗਾ ਵੀ ਸਿੱਖੀ ਕੀ ਹੈ, ਜੀਵਨ ਕੀ ਹੈ, ਸਾਡੇ ਮਨੁੱਖੀ ਜੀਵਨ ਦਾ ਪ੍ਰਯੋਜਨ ਕੀ ਹੈ। ਪਹਿਲਾਂ ਬੋਧ ਹੀ ਨਹੀਂ ਸੀ। ਤੋ ਸਾਧ ਸੰਗਤ ਵਰਗੀ ਚਟਸਾਲ, ਸਾਧ ਸੰਗਤ ਵਰਗਾ ਵਿਸ਼ਵ ਵਿਦਿਆਲਾ ਸੰਸਾਰ ਵਿੱਚ ਕੋਈ ਦੂਜਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਸਾਧੂ ਸੰਗ ਸਿਖਾਇਓ ਨਾਮ। ਸਾਧੂਆਂ ਦੇ ਸੰਗ ਨੇ ਮੈਨੂੰ ਨਾਮ ਜਪਣਾ ਸਿਖਾਇਆ ਕਿ ਨਾਮ ਕਿਵੇਂ ਜਪਣਾ, ਨਾਮ ਕਿਵੇਂ ਧਿਆਉਣਾ, ਨਾਮ ਕਿਵੇਂ ਆਰਾਧਣਾ, ਨਾਮ ਦੀ ਕਿਵੇਂ ਕਮਾਈ ਕਰਨੀ ਹੈ। ਕਹਿੰਦੇ ਇਹ ਸਭ ਕੁਝ ਮੈਨੂੰ ਸਾਧ ਸੰਗਤ ਨੇ ਸਿਖਾਇਆ, ਸਾਧੂਆਂ ਦੀ ਸੰਗਤ ਨੇ ਸਿਖਾਇਆ। ਬਿਨਾਂ ਸਾਧ ਸੰਗਤ ਦੇ ਸੰਗ ਤੋਂ ਪਰਮੇਸ਼ਰ ਦਾ ਭਜਨ ਨਹੀਂ ਸੀ ਹੁੰਦਾ। ਤੋ ਸਾਧ ਸੰਗਤ ਨੇ ਕਿਰਪਾ ਕਰਕੇ, ਦਇਆ ਕਰਕੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਖਾਇਆ ਹੈ। ਸਰਬ ਮਨੋਰਥ ਪੂਰਨ ਕਾਮ। ਤੋ ਨਾਮ ਜਪ ਕੇ, ਨਾਮ ਦੀ ਕਮਾਈ ਕਰਕੇ, ਨਾਮ ਦੀ ਸਾਧਨਾ ਕਰਕੇ ਮੇਰੇ ਜਿੰਨੇ ਮਨੋਰਥ ਸੀ ਔਰ ਮੇਰੇ ਜਿੰਨੇ ਵੀ ਕੰਮ ਸੀ ਉਹ ਸਭ ਪੂਰਨ ਹੋ ਗਏ ਨੇ। ਸਗਲ ਮਨੋਰਥ ਪੂਰਨ ਕਾਮ। ਨਾਮ ਜਪ ਕੇ, ਨਾਮ ਦੀ ਕਮਾਈ ਕਰਕੇ ਮੇਰੇ ਜਿੰਨੇ ਮਨੋਰਥ ਸੀ, ਮੇਰੇ ਜਿਤਨੇ ਵੀ ਕਾਰਜ ਸਨ, ਜਿੰਨੇ ਵੀ ਕੰਮ ਸਨ, ਉਹ ਸਾਰੇ ਕੰਮ ਪੂਰਨ ਹੋ ਗਏ ਨੇ। ਹਰ ਹਰ ਚਰਨ ਹਿਰਦਾ ਔਰ ਧਾਰੇ, ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ। ਸਾਡੇ ਸਾਰੇ ਕਾਰਜ ਸਤਿਗੁਰਾਂ ਨੇ ਸਫਲੇ ਕਰ ਦਿੱਤੇ ਹੈ। ਜਦੋਂ ਨਾਮ ਜਪਿਆ, ਨਾਮ ਦੀ ਕਮਾਈ ਕੀਤੀ, ਨਾਮ ਆਰਾਧਿਆ ਤੇ ਮੇਰੇ ਸਾਰੇ ਕੰਮ ਪੂਰਨ ਹੋ ਗਏ। ਪੂਰਨ ਕਾਮ, ਸਾਰੇ ਕੰਮ ਪੂਰਨ ਹੋ ਗਏ। ਤਦੇ ਪਾਤਸ਼ਾਹ ਕਹਿੰਦੇ ਆ ਨਾ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ
ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਫਿਰ ਘਰ ਬੈਸੋ ਹਰ ਜਨ ਪਿਆਰੇ 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 ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਰਬ ਮਨੋਰਥ ਪੂਰਨ ਕਾਮ ਮੇਰੇ ਸਾਰੇ ਮਨੋਰਥ ਪੂਰਨ ਹੋ ਗਏ ਮੇਰੇ ਸਾਰੇ ਕੰਮ ਉਹ ਪੂਰਨ ਹੋ ਗਏ ਬੁਝ ਗਈ ਤ੍ਰਿਸ਼ਨਾ ਹਰ ਜਸ ਹੈ ਅਗਾਨੇ ਕਹਿੰਦੇ ਤ੍ਰਿਸ਼ਨਾ ਬੁਝ ਗਈ ਕਿਸੇ ਵਸਤੂ ਦੀ ਕਿਸੇ ਪਦਾਰਥ ਦੀ ਕੋਈ ਤ੍ਰਿਸ਼ਨਾ ਨਹੀਂ ਰਹੀ ਬੁਝ ਗਈ ਤ੍ਰਿਸ਼ਨਾ ਬੁਝ ਗਈ ਬੜਾ ਔਖਾ ਕੰਮ ਹੈ ਤ੍ਰਿਸ਼ਨਾ ਬੁਝਣੀ ਇਹ ਬੜੀ ਔਖਦ ਘਾਟੀ ਹੈ ਜਿਹਦੇ ਤੇ ਗੁਰੂ ਕਿਰਪਾ ਬਿਨਾਂ ਨਹੀਂ ਚੜ੍ਹ ਹੁੰਦਾ ਇਸ ਔਖਦ ਘਾਟੀ ਨੂੰ ਚੜ੍ਹਨ ਵਾਸਤੇ ਗੁਰੂ ਦੀ ਦਇਆ ਚਾਹੀਦੀ ਹੈ ਗੁਰੂ ਦੀ ਕਿਰਪਾ ਚਾਹੀਦੀ ਹੈ ਤ੍ਰਿਸ਼ਨਾ ਬੁਝਦੀ ਨਹੀਂ ਹੈ ਬੰਦਾ ਅਖੀਰਲੇ ਸਾਹ ਤੱਕ ਇਸ ਤ੍ਰਿਸ਼ਨਾ ਦਾ ਖਹਿੜਾ ਨਹੀਂ ਛੱਡਦਾ ਬੜੇ ਮਹਾਂਪੁਰਸ਼ ਵਿਦਵਾਨ ਹੋਏ ਨਿਰਮਲ ਸੰਪਰਦਾਏ ਦੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਬੇਅੰਤ ਸੰਪਰਦਾਵਾਂ ਨੇ ਸਭ ਨੂੰ ਨਮਸਕਾਰ ਹੈ ਅੱਜ ਜਿਨ੍ਹਾਂ ਨੂੰ ਗੁਰਸਿੱਖੀ ਦੇ ਊੜੇ ਆੜੇ ਦਾ ਬੋਧ ਨਹੀਂ ਹੁੰਦਾ ਉਹ ਜਦੋਂ ਕਿਸੇ ਨਿਰਮਲ ਸੰਪਰਦਾਏ ਦੇ ਮਹਾਂਪੁਰਸ਼ ਨੂੰ ਕਿਸੇ ਉਦਾਸੀਨ ਸੰਪਰਦਾਏ ਦੇ ਮਹਾਂਪੁਰਸ਼ ਨੂੰ ਕਿਸੇ ਸੁਥਰੇ ਸ਼ਾਹੀ ਸੰਪਰਦਾਏ ਦੇ ਮਹਾਂਪੁਰਸ਼ ਨੂੰ ਜਾਂ ਕਿਸੇ ਸੇਵਾ ਪੰਥੀ ਸੰਪਰਦਾਏ ਦੇ ਮਹਾਂਪੁਰਸ਼ ਨੂੰ ਮਿਲ ਲੈਣ ਵੇਖ ਲੈਣ ਤੇ ਉਹਨਾਂ ਦੇ ਸਰੀਰ ਦੇ ਉੱਤੇ ਜਿਹੜਾ ਪਹਿਰਾਵਾ ਹੁੰਦਾ ਵੇਖ ਕੇ ਕਹਿੰਦੇ ਜੀ ਹਿੰਦੂ ਲੱਗਦੇ ਐ ਪਤਾ ਹੀ ਨਹੀਂ ਹੈ ਵੀ ਇਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਸੰਪਰਦਾਵਾਂ ਨੇ ਨਿਰਮਲ ਸੰਪਰਦਾਇ ਉਦਾਸੀਨ ਸੰਪਰਦਾਇ ਨਿਰਮਲ ਸੰਪਰਦਾਇ ਦੇ ਬਾਨੀ ਮਹਾਰਾਜ ਬਾਜਾਂ ਵਾਲੇ ਗੁਰੂ ਕਲਗੀਧਰ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਨ ਉਹਨਾਂ ਨੇ 5 ਸਿੱਖ ਪੌਂਟਾ ਸਾਹਿਬ ਦੀ ਧਰਤੀ ਤੋਂ ਭੇਜੇ ਸਨ ਬਕਾਇਦਾ ਵੀ ਤੁਸੀਂ ਸ਼ਾਸਤਰ ਦੀ ਵਿੱਦਿਆ ਇਕੱਠੀ ਕਰਕੇ ਲਿਆਓ ਪੰਥ ਦੇ ਵਿੱਚ ਉਹ ਵੀ ਪ੍ਰਚਾਰਾਂਗੇ ਸ਼ਸਤਰ ਵਿੱਦਿਆ ਤਾਂ ਅਸੀਂ ਦੇ ਰਹੇ ਹਾਂ ਸ਼ਾਸਤਰ ਵੀ ਚਾਹੀਦਾ ਉੱਥੋਂ ਨਿਰਮਲ ਸੰਪਰਦਾਇ ਚੱਲੀ ਨਿਰਮਲ ਸੰਪਰਦਾਇ ਵਿੱਚ ਬੜੇ ਬੜੇ ਮਹਾਂਪੁਰਸ਼ ਵਿਦਵਾਨ ਹੋਏ ਪੰਡਤ ਨਿਹਾਲ ਸਿੰਘ ਜੀ ਵਰਗੇ ਗਿਆਨੀ ਕਰਤਾਰ ਸਿੰਘ ਜੀ ਪੰਡਤ ਕਰਤਾਰ ਸਿੰਘ ਜੀ ਦਾਖਾ ਜੀ ਵਰਗੇ ਬੜੇ ਬੜੇ ਵਿਦਵਾਨ ਪੁਰਸ਼ ਇਹੋ ਜਿਹੇ ਮਹਾਂਪੁਰਸ਼ ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ ਉਹਨਾਂ ਵਿੱਚੋਂ ਇੱਕ ਮਹਾਂਪੁਰਸ਼ ਹੋਇਆ ਪੰਡਤ ਗੁਲਾਬ ਸਿੰਘ ਜੀ ਪੰਡਤ ਗੁਲਾਬ ਸਿੰਘ ਜੀ ਹੋਣਾ ਨੇ ਇਤਨੀ ਵਿੱਦਿਆ ਪੜ੍ਹੀ ਵੀ ਜਦੋਂ ਇਹ ਵਿੱਦਿਆ ਪੜ੍ਹਨ ਗਏ ਤੇ ਬ੍ਰਾਹਮਣ ਇਹਨਾਂ ਨਾਲ ਈਰਖਾ ਕਰਦੇ ਪੜਾਉਂਦੇ ਨਹੀਂ ਸੀ ਇਹਨਾਂ ਨੂੰ ਕਹਿੰਦੇ ਵੀ ਤੂੰ ਵੈਸ਼ ਹੈ ਅਸੀਂ ਤੈਨੂੰ ਵਿੱਦਿਆ ਨਹੀਂ ਪੜ੍ਹਾ ਸਕਦੇ ਪੰਡਤ ਗੁਲਾਬ ਸਿੰਘ ਜੀ ਨੇ ਕਿਹੜੇ ਤਰੀਕੇ ਨਾਲ ਵਿੱਦਿਆ ਪੜ੍ਹੀ ਇਤਨੀ ਕਠਨ ਕਿ ਬਨਾਰਸ ਵਿੱਚ ਇੱਕ ਪੰਡਤ ਜੀ ਦੇ ਕੋਲ ਜਦੋਂ ਵਿੱਦਿਆ ਪੜ੍ਹਨ ਵਾਸਤੇ ਗਏ ਤੇ ਪੰਡਤ ਨੇ ਇਹਨਾਂ ਨੂੰ ਘਰ ਤੇ ਕੰਮ ਤੇ ਰੱਖ ਛੱਡਿਆ ਕਹਿੰਦੇ ਪੜ੍ਹਾ ਨਹੀਂ ਸਕਦਾ ਤੈਨੂੰ ਤੂੰ ਵੈਸ਼ ਹੈ ਪੰਡਤ ਗੁਲਾਬ ਸਿੰਘ ਜੀ ਨੂੰ ਪੰਡਤ ਦਾ ਇੱਕ ਛੋਟਾ ਜਿਹਾ ਬੱਚਾ ਸੀ ਉਹਨੂੰ ਖਿਡਾਉਣ ਲੱਗ ਪਏ ਉਹਦੇ ਨਾਲ ਪ੍ਰੇਮ ਪਾ ਲਿਆ ਇੰਨਾ ਪ੍ਰੇਮ ਪਾ ਲਿਆ ਵੀ ਉਹ ਬੱਚਾ ਮਾਂ ਪਿਓ ਤੋਂ ਬਿਨਾਂ ਪੰਡਤ ਗੁਲਾਬ ਸਿੰਘ ਨਾਲ ਹਿਲ ਗਿਆ
ਵੀ ਸਵੇਰੇ ਅੱਖ ਖੁੱਲਿਆ ਕਰੇ ਤੇ ਮੂੰਹ ਤੋਂ ਕਿਹਾ ਕਰੇ ਗਾਬਾ ਕਿੱਥੇ ਗਾਬਾ, ਵੀ ਦਿਨ ਰਾਤ ਉਹਦੇ ਨਾਲ ਹੀ ਰਹਿਣਾ। ਪੰਡਤ ਗੁਲਾਬ ਸਿੰਘ ਹੋਣਾ ਨੇ ਕੁਝ ਸਮਾਂ ਬਤੀਤ ਕੀਤਾ ਤੇ ਇੱਕ ਦਿਨ ਬਿਨਾਂ ਦੱਸਿਆਂ ਘਰੋਂ ਜਾਣ ਲੱਗੇ। ਕਹਿੰਦੇ ਪੰਡਤ ਜੀ ਤੁਸੀਂ ਪੜ੍ਹਾਉਣਾ ਤਾਂ ਹੈ ਨਹੀਂ, ਵੀ ਮੈਂ ਚੱਲਿਆ। ਹੁਣ ਉਹ ਬੱਚਾ ਇੰਨਾ ਸਨੇਹ ਕਰਦਾ ਸੀ ਕਿ ਰੋ ਰੋ ਕੇ ਉਹਨੇ ਫਤੂਰ ਪਾ ਦਿੱਤਾ। 2 ਦਿਨ ਉਹ ਰੋਟੀ ਪਾਣੀ ਵੀ ਨਾ ਖਾਵੇ, ਆਖੇ ਗਾਬਾ ਆਵੇਗਾ ਤਾਂ ਛਕਾਂਗਾ। ਅਖੀਰ ਪੰਡਤ ਗੁਲਾਬ ਸਿੰਘ ਹੋਣਾ ਦੇ ਪਿੱਛੇ ਉਹ ਪੰਡਤ ਗਿਆ ਤੇ ਉਹਨੇ ਜਾ ਕੇ ਹੱਥ ਜੋੜੇ, ਕਹਿੰਦਾ ਵੀ ਤੂੰ ਚੱਲ ਕੇ ਮੇਰੇ ਬੱਚੇ ਨੂੰ ਸੰਭਾਲ, ਵੀ ਉਹ ਤਾਂ ਮਰ ਜਾਏਗਾ, ਉਹਨੇ 2 ਦਿਨ ਹੋ ਗਏ ਨੇ ਕੁਝ ਖਾਧਾ ਨਹੀਂ। ਪੰਡਤ ਗੁਲਾਬ ਸਿੰਘ ਹੋਣੀ ਕਹਿੰਦੇ ਪੰਡਤ ਜੀ ਵੀ ਮੈਂ ਉੱਥੇ ਕੀ ਰਹਿ ਕੇ ਮੈਂ ਬੱਚੇ ਖਿਡਾਉਣ ਥੋੜੀਆਂ ਆਇਆ ਤੁਹਾਡੇ, ਮੈਂ ਤਾਂ ਵਿੱਦਿਆ ਪੜ੍ਹਨੀ। ਉਹ ਕਹਿੰਦਾ ਵੀ ਚਲੋ ਮੈਂ ਪੜ੍ਹਾ ਨਹੀਂ ਸਕਦਾ ਵੈਸ਼ਾਂ ਨੂੰ, ਪਰ ਤੂੰ ਸੁਣ ਲਿਆ ਕਰੀ, ਮੈਂ ਸੁਣਾ ਦਿਆ ਕਰਾਂਗਾ। ਪੰਡਤ ਜੀ ਕਹਿੰਦੇ ਠੀਕ ਹੈ ਵੀ ਮੈਂ ਸੁਣ ਹੀ ਲਿਆ ਕਰਾਂਗਾ। ਗੁਲਾਬ ਸਿੰਘ ਹੋਣਾ ਨੇ ਪੰਡਤ ਜੀ ਦੇ ਮੁਖੋਂ ਫਿਰ ਸ਼ਾਸਤਰ ਸੁਣ ਸੁਣ ਕੇ ਹੀ ਕੰਠ ਕੀਤੇ, ਔਰ ਇਤਨੇ ਵੱਡੇ ਪ੍ਰਸਿੱਧ ਪੰਡਤ ਹੋ ਗਏ, ਵਿਦਵਾਨ ਹੋ ਗਏ ਕਿ ਬੇਅੰਤ ਵਿਦਿਆ ਨੂੰ ਪੜ੍ਹਨ ਤੋਂ ਬਾਅਦ ਉਹਨਾਂ ਨੇ ਸੰਸਕ੍ਰਿਤ ਦੇ ਬਹੁਤ ਸਾਰੇ ਜਿਹੜੇ ਗ੍ਰੰਥ ਸੀ ਉਹਨਾਂ ਦਾ ਅਨੁਵਾਦ ਦੇਸ਼ ਭਾਸ਼ਾ ਬੋਲੀ ਵਿੱਚ ਕੀਤਾ ਤੇ ਬ੍ਰਾਹਮਣ ਈਰਖਾ ਕਰਨ ਲੱਗ ਪਏ ਵੀ ਐਡਾ ਵੱਡਾ ਵਿਦਵਾਨ ਹੋ ਗਿਆ। ਉਹਨਾਂ ਦੀਆਂ ਕਿਤਾਬਾਂ ਪੁਸਤਕਾਂ ਘਰ ਵਿੱਚ ਪਈਆਂ ਹੋਈਆਂ ਸਨ ਤੇ ਪਿੱਛੋਂ ਉਹ ਕਿਤੇ ਬਾਹਰ ਗਏ ਹੋਏ ਤੇ ਪੰਡਤ ਉਹਨਾਂ ਦੇ ਘਰ ਆਏ ਤੇ ਉਹ ਜਿੰਨੀਆਂ ਪੁਸਤਕਾਂ ਸਨ ਸਾਰੀਆਂ ਚੁੱਕ ਕੇ ਉਹਨਾਂ ਨੇ ਗੰਗਾ 'ਚ ਰੋੜਤੀਆਂ ਵੀ ਇਹਦਾ ਨਾਂ ਪ੍ਰਸਿੱਧ ਨਾ ਹੋਵੇ। ਦੇਵਨੇਤ 4 ਪੁਸਤਕਾਂ ਪੰਡਤ ਗੁਲਾਬ ਸਿੰਘ ਜੀ ਦੀਆਂ ਉਹ ਕੁਝ ਪ੍ਰੇਮੀ ਲੈ ਗਏ ਸਨ ਪੜ੍ਹਨ ਵਾਸਤੇ ਤੇ ਉਹ ਬਚ ਗਈਆਂ, ਬਾਕੀ ਸਾਰਾ ਕੁਝ ਉਹਨਾਂ ਪੰਡਤਾਂ ਨੇ ਬ੍ਰਾਹਮਣਾਂ ਨੇ ਈਰਖਾ ਕਰਕੇ ਜਲ ਪ੍ਰਵਾਹ ਕਰ ਦਿੱਤਾ। ਤੇ ਉਹ ਜਿਹੜੀਆਂ 4 ਪੁਸਤਕਾਂ ਰਹਿ ਗਈਆਂ ਉਹ ਹੁਣ ਮਿਲਦੀਆਂ ਨੇ। ਉਹਨਾਂ ਵਿੱਚੋਂ ਇੱਕ ਬੜੀ ਪਿਆਰੀ ਪੁਸਤਕ ਹੈ ਉਹਨਾਂ ਦੀ, ਉਹਦਾ ਨਾਮ ਹੈ ਪ੍ਰਬੋਧ ਚੰਦਰ ਨਾਟਕ। ਇੱਕ ਮਿਲਦਾ ਭਾਵ ਰਸਾਮ੍ਰਿਤ, ਇੱਕ ਹੈ ਮੋਕਸ਼ ਪੰਥ ਤੇ ਇੱਕ ਹੈ ਉਹਨਾਂ ਨੇ ਵਾਲਮੀਕੀ ਰਾਮਾਇਣ ਦਾ ਅਨੁਵਾਦ ਕੀਤਾ ਸੀ। ਇਦਾਂ 4 ਗ੍ਰੰਥ ਪੰਡਤ ਗੁਲਾਬ ਸਿੰਘ ਜੀ ਹੋਣਾ ਦੇ ਹੁਣ ਮਿਲਦੇ ਆ। ਉਹਨਾਂ ਵਿੱਚੋਂ ਇੱਕ ਗ੍ਰੰਥ ਜੋ ਪ੍ਰਬੋਧ ਚੰਦਰ ਨਾਟਕ ਗ੍ਰੰਥ ਹੈ, ਬੜੇ ਕਮਾਲ ਦਾ ਸੁੰਦਰ ਗ੍ਰੰਥ ਲਿਖਿਆ ਭਾਸ਼ਾ ਦੇ ਵਿੱਚ, ਬ੍ਰਿਜ ਭਾਸ਼ਾ 'ਚ ਕਵਿਤਾ ਵਿੱਚ। ਉੱਥੇ ਉਹ ਲਿਖਦੇ ਹੈ, ਉਹ ਕਹਿੰਦੇ ਹੇ ਤ੍ਰਿਸ਼ਨਾ ਕਿ ਤੂੰ ਮੇਰਾ ਖਹਿੜਾ ਨਹੀਂ ਛੱਡਦੀ। ਉਹ ਲਿਖਦੇ ਤਨ ਕੇ ਬਲ ਨੇ ਅਬ ਪੀਠ ਦਈ, ਤਨ ਕੇ ਬਲ ਨੇ ਅਬ ਪੀਠ ਦਈ। ਹੇ ਤ੍ਰਿਸ਼ਨਾ, ਇਹ ਸਰੀਰ ਮੇਰੇ ਨਾਲ ਜੰਮਿਆ ਸੀ, ਨਾਲ ਰਿਹਾ ਸਾਰੀ ਜ਼ਿੰਦਗੀ, ਤੇ ਹੁਣ ਮੈਂ ਬੁੱਢਾ ਹੋ ਗਿਆ ਤੇ ਇਹਨੇ ਮੈਨੂੰ ਪਿੱਠ ਦੇ ਦਿੱਤੀ। ਅੱਖਾਂ ਵੇਖ ਨਹੀਂ ਸਕਦੀਆਂ ਸਾਫ਼, ਕੰਨ ਸੁਣ ਨਹੀਂ ਸਕਦੇ, ਮੂੰਹ 'ਚੋਂ ਬੋਲ ਨਹੀਂ ਹੁੰਦਾ, ਪੈਰਾਂ ਨਾਲ ਚੱਲ ਨਹੀਂ ਹੁੰਦਾ, ਹੱਥਾਂ ਨਾਲ ਪਕੜ ਨਹੀਂ ਹੁੰਦਾ। ਸਰੀਰ ਨਿਰਬਲ ਹੋ ਗਿਆ ਬੁਢੇਪੇ 'ਚ ਆ ਕੇ। ਜਿਹੜੇ ਮੇਰੇ ਨਾਲ ਜੰਮੇ ਸੀ, ਮੇਰੇ ਭਾਈ ਬੰਧੂ ਰਿਸ਼ਤੇਦਾਰ, ਉਹ ਵੀ ਚਾਲੇ ਪਾ ਗਏ। ਮੇਰੇ ਜਿਹੜੇ ਮਿੱਤਰ ਸੀ, ਸਖਾ ਸੀ, ਉਹ ਵੀ ਚਲੇ ਗਏ, ਮੂੰਹ ਦੇ ਦੰਦ ਚਲੇ ਗਏ। ਵੀ ਇਹ ਸਾਰਾ ਕੁਝ ਮੈਨੂੰ ਛੱਡ ਕੇ ਚਲਾ ਗਿਆ। ਪਰ ਹੇ ਤ੍ਰਿਸ਼ਨਾ, ਵੀ ਤੂੰ ਕਿਹੋ ਜਿਹੀਆਂ ਵੀ ਹਾਲੇ ਅਖੀਰਲੇ ਸਾਹਾਂ ਤੇ ਮੈਂ ਆ ਗਿਆ, ਦਮ ਨਿਕਲਣ ਦੀ ਤਿਆਰੀ 'ਚ, ਪਰ ਤੂੰ ਨਹੀਂ ਮੇਰਾ ਖਹਿੜਾ ਛੱਡ ਕੇ ਜਾਂਦੀ। ਤੈਨੂੰ ਹੱਥ ਜੋੜ ਕੇ ਮਿੰਨਤ ਕਰਦਾ, ਉਹ ਤੂੰ ਵੀ ਚਲੀ ਜਾ, ਤੂੰ ਵੀ ਟੁਰ ਜਾ। ਇਹ ਤ੍ਰਿਸ਼ਨਾ ਇੰਨੀ ਬਲੀ ਹੈ। ਕਹਿੰਦੇ ਅਖੀਰਲੇ ਸਾਹਾਂ ਤੇ ਆ ਗਿਆ, ਹੁਣ ਤੂੰ ਵੀ ਛੱਡ ਜਾ ਮੈਨੂੰ। ਮਮਾਹੇ ਪਲੰਗਮ ਹੇ ਤ੍ਰਿਸ਼ਨਾ, ਹੇ ਤ੍ਰਿਸ਼ਨਾ ਤੂੰ ਕਿਉਂ ਨਹੀਂ ਜਾਂਦੀ, ਤੂੰ ਵੀ ਚਲੀ ਜਾ। ਇਹ ਤ੍ਰਿਸ਼ਨਾ ਕਦੋਂ ਜਾਏਗੀ? ਜਦੋਂ ਸਤਿਗੁਰਾਂ ਦੀ ਦਇਆ ਵਰਤੇਗੀ, ਪਾਤਸ਼ਾਹ ਦੀ ਕਿਰਪਾ ਹੋਵੇਗੀ। ਬੁਝ ਗਈ ਤ੍ਰਿਸ਼ਨਾ ਹਰ ਜਸ ਹੈ ਅਗਾਨੇ। ਕਹਿੰਦੇ ਹਰੀ ਦੇ ਜਸ ਨਾਲ ਮੈਂ ਰੱਜ ਗਿਆ, ਹਰੀ ਦਾ ਜਸ ਕਰਕੇ ਮੈਂ ਐਸਾ ਰੱਜਿਆ ਕਿ ਮੇਰੇ ਅੰਦਰੋਂ ਇਹ ਤ੍ਰਿਸ਼ਨਾ ਬੁਝ ਗਈ ਹੈ। ਹਰੀ ਦਾ ਜਸ ਕਰਕੇ ਤ੍ਰਿਸ਼ਨਾ ਬੁਝੀ ਹੈ।
ਹਰੀ ਦਾ ਜਸ ਕੀਤਿਆਂ, ਹਰੀ ਦੀ ਸੋਭਾ ਕੀਤਿਆਂ ਇਹ ਤ੍ਰਿਸ਼ਨਾ ਬੁਝ ਗਈ ਹੈ। ਤੇ ਪਾਤਸ਼ਾਹ ਕਹਿੰਦੇ ਹੁਣ ਇਸ ਤ੍ਰਿਸ਼ਨਾ ਤੋਂ ਮੇਰਾ ਖਹਿੜਾ ਉਹ ਛੁੱਟ ਗਿਆ। ਇਹ ਗੁਰੂ ਕੇ ਸਿੱਖ ਦੀ ਅਵਸਥਾ ਐਸੀ ਬਣ ਜਾਂਦੀ ਹੈ ਜਦੋਂ ਹਰੀ ਦਾ ਜਸ ਕਰਦਿਆਂ ਕਰਦਿਆਂ, ਹਰੀ ਦੀ ਸੋਭਾ ਕਰਦਿਆਂ ਕਰਦਿਆਂ ਉਹਦੇ ਅੰਦਰ ਕੋਈ ਕਾਂਖਾ, ਕੋਈ ਕਾਮਨਾ, ਕੋਈ ਇੱਛਾ ਨਹੀਂ ਰਹਿ ਜਾਂਦੀ। ਹਾਂਜੀ। ਜਪ ਜਪ ਜੀਵਾ ਸਾਰੰਗ ਪਾਨੇ। ਜਿਹਦੇ ਹੱਥ ਵਿੱਚ ਸਾਰੰਗ ਨਾਮਕ ਧਨਕ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਜਿਹਦੇ ਹੱਥ ਵਿੱਚ ਧਨਕ ਹੈ, ਮੈਂ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਜਾਪ ਜਪ ਜਪ ਕੇ ਜੀਵਦਾ। ਧਨਕ ਧਾਰੀ ਗੁਰੂ ਹਰਗੋਬਿੰਦ ਸਾਹਿਬ ਧਨਕ ਧਾਰੀ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਨਕ ਧਾਰੀ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਧਨਕ ਧਾਰੀ ਨੇ। ਪਰ ਅਕਸਰ ਉਹ ਸਰੂਪ ਤੁਸੀਂ ਵੇਖੋਗੇ ਨਹੀਂ ਉਹਨਾਂ ਦਾ, ਪਰ ਮੇਰੇ ਸਾਹਿਬ ਵੀ ਧਨਕ ਧਾਰੀ ਨੇ। ਜਦੋਂ ਪਟਨਾ ਸਾਹਿਬ ਜਾ ਰਹੇ ਸਨ ਤੇ ਰਸਤੇ ਵਿੱਚ ਬਨੀ ਬਦਰਪੁਰ ਨਗਰ ਦੇ ਨੇੜੇ ਮਹਾਰਾਜ ਜੀ ਥੋੜਾ ਜਿਹਾ ਅੱਗੇ ਆਏ ਤੇ ਉੱਥੇ ਪਾਤਸ਼ਾਹ ਸ਼ਿਕਾਰ ਖੇਡ ਰਹੇ ਹੈ, ਤੀਰ ਚਲਾ ਰਹੇ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਤੇ ਕਹਿੰਦੇ ਆਪਣੇ ਐਸੇ ਧਨਕ ਧਾਰੀ ਸਾਹਿਬ ਦੇ ਜਾਪ ਨੂੰ ਜਪ ਜਪ ਕੇ ਮੈਂ ਜੀਵਦਾ ਹਾਂ। ਜਪ ਜਪ ਜੀਵਾ ਸਾਰੰਗ ਪਾਨੇ। ਜਿਹਦੇ ਹੱਥ ਵਿੱਚ ਧਨਕ ਹੈ, ਐਸੇ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਜਾਪ ਕਿਹੜਾ ਜਾਪ ਹੈ? ਵਾਹਿਗੁਰੂ 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 ਜਪ ਜਪ ਜੀਵਾ ਸਾਰੰਗ ਪਾਨੇ। ਜਪ ਜਪ ਕੇ ਆਪਣੇ ਸਾਹਿਬ ਦੇ ਅੰਮ੍ਰਿਤ ਨਾਮ ਨੂੰ ਮੈਂ ਜੀਵਦਾ ਹਾਂ। ਕਰਨ ਕਰਾਵਣ ਸਰਨ ਪਰਿਆ। ਜੋ ਕਰਨ ਵਾਲਾ ਹੈ ਤੇ ਕਰਾਉਣ ਵਾਲਾ ਹੈ, ਕਰਨ ਵਾਲਾ ਵੀ ਹੈ ਤੇ ਕਰਾਉਣ ਵਾਲਾ ਵੀ ਆਪ ਹੀ ਹੈ। ਕਰਾਉਣ ਵਾਲਾ ਹੋ ਕੇ ਕਰਦਾ ਵੀ ਹੈ, ਕਰਤਾ ਬਣ ਕੇ ਕਰਦਾ ਵੀ ਆਪ ਹੈ। ਜੋ ਕਰਨ ਕਰਾਵਣ ਹੈ ਸਰਨ ਪਰਿਆ, ਮੈਂ ਉਹਦੀ ਸ਼ਰਨ ਪੈ ਗਿਆ, ਮੈਂ ਉਸੇ ਦੀ ਸ਼ਰਨ ਨੂੰ ਗ੍ਰਹਿਣ ਕਰ ਲਿਆ, ਉਸ ਦੀ ਪਨਾਹ ਵਿੱਚ ਪੈ ਗਿਆ ਹਾਂ। ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਕਹਿੰਦੇ ਗਿਆਨ ਦਾ ਚੰਨ ਚੜ ਗਿਆ ਅੰਦਰ, ਠੰਡਾ ਠੰਡਾ ਮਿੱਠਾ ਮਿੱਠਾ। ਗਿਆਨ ਦੇ ਚੰਨ ਦਾ ਚਾਨਣਾ ਹੋ ਗਿਆ ਅੰਦਰ। ਜਦੋਂ ਗਿਆਨ ਦਾ ਚੰਦਰਮਾ ਚੜਿਆ, ਉਹਦੇ ਪ੍ਰਕਾਸ਼ ਨਾਲ ਜਿੰਨਾ ਅਗਿਆਨਤਾ ਦਾ ਹਨੇਰਾ ਸੀ ਉਹ ਮਿਟ ਗਿਆ ਤੇ ਗੁਰੂ ਦੀ ਕਿਰਪਾ ਨਾਲ ਉਸ ਚਾਨਣੇ ਵਿੱਚ ਮੈਨੂੰ ਆਪਣੇ ਨਿਜ ਘਰ ਦੀ ਪ੍ਰਾਪਤੀ ਹੋ ਗਈ। ਸਹਿਜ ਘਰ, ਜਿਸ ਘਰ 'ਚ ਟਿਕਾ ਹੈ, ਜਿਸ ਘਰ ਵਿੱਚ ਸਹਿਜ ਹੈ, ਉਹ ਘਰ ਉਸ ਚਾਨਣੇ ਦੇ ਵਿੱਚ, ਉਸ ਲੋਹ ਦੇ ਵਿੱਚ ਮੈਨੂੰ ਆਪਣੇ ਅੰਦਰੋਂ ਪ੍ਰਾਪਤ ਹੋ ਗਿਆ। ਰਹਾਉ ਲਾਲ ਜਵੇਹਰ ਭਰੇ ਭੰਡਾਰ। ਕਹਿੰਦੇ ਜਦੋਂ ਚਾਨਣਾ ਹੋਇਆ ਤੇ ਕੀ ਵੇਖਿਆ ਕਿ ਮੇਰੇ ਅੰਦਰ ਤਾਂ ਲਾਲ ਜਵਾਹਰਾਤਾਂ ਦੇ ਭੰਡਾਰ ਭਰੇ ਪਏ ਐ। ਜਦੋਂ ਚਾਨਣਾ ਹੋਇਆ ਕੀ ਵੇਖਿਆ ਵੀ ਅੰਦਰ ਲਾਲ ਜਵੇਹਰ ਭਰੇ ਹੋਏ ਆ, ਕੀਮਤੀ ਰਤਨ ਭਰੇ ਹੋਏ ਆ। ਅੰਦਰ ਹੀ ਹੋ ਗਿਆ ਸਭ ਕੁਝ, ਕਹਿੰਦੇ ਅੰਦਰੋਂ ਹੀ ਪ੍ਰਾਪਤ ਹੋ ਗਏ।
ਕਿਹੜੇ ਲਾਲ ਤੇ ਕਿਹੜੇ ਜਵਾਹਰਾਤ ਸੀ? ਕਹਿੰਦੇ ਵਿਰਾਗ ਰੂਪੀ ਲਾਲ ਵੀ ਅੰਦਰ ਪਿਆ ਸੀ, ਉਹ ਵੀ ਦਿਸ ਗਿਆ, ਤੇ ਗਿਆਨ ਰੂਪੀ ਜਿਹੜੇ ਜਵਾਹਰਾਤ ਸਨ, ਹੀਰੇ ਸਨ, ਉਹਦੇ ਭੰਡਾਰ ਵੀ ਅੰਦਰ ਭਰੇ ਹੋਏ ਕਹਿੰਦੇ ਪ੍ਰਾਪਤ ਹੋ ਗਏ। ਕਲਗੀਆਂ ਵਾਲੇ ਪਾਤਸ਼ਾਹ ਨੂੰ ਜਦੋਂ ਸ਼ਾਹੂਕਾਰ ਨੇ ਨਗੀਨਾ ਭੇਟ ਕੀਤਾ ਤੇ ਸਤਿਗੁਰਾਂ ਵਗਾ ਕੇ ਗੋਦਾਵਰੀ 'ਚ ਸੁੱਟਤਾ। ਸੋਚਦਾ ਵੀ ਐਡਾ ਕੀਮਤੀ ਨਗੀਨਾ ਮੈਂ ਕਾਹਨੂੰ ਇਹਨਾਂ ਨੂੰ ਦੇਣਾ ਸੀ, ਇਹਨਾਂ ਨੇ ਜੇ ਪਾਣੀ 'ਚ ਸੁੱਟਣਾ ਸੀ। ਇਹਨਾਂ ਨੂੰ ਨਗੀਨੇ ਦੀ ਕਦਰ ਨਹੀਂ ਸੀ। ਬੜਾ ਚਿੰਤਾ ਜੀ 'ਚ ਖਲੋਤਾ ਸਤਿਗੁਰਾਂ ਦੇ ਸਾਹਮਣੇ, ਤੇ ਮਹਾਰਾਜ ਜੀ ਵੇਖ ਕੇ ਕਹਿੰਦੇ, ਸ਼ਾਹ ਜੀ ਬੜੀ ਚਿੰਤਾ 'ਚੋਂ ਵੀ ਨਗੀਨਾ ਅਸੀਂ ਗੋਦਾਵਰੀ 'ਚ ਸੁੱਟ ਦਿੱਤਾ, ਤੁਸੀਂ ਸਾਨੂੰ ਦੇ ਦਿੱਤਾ, ਅਸੀਂ ਅੱਗੇ ਸੁੱਟੀਏ ਭਾਵੇਂ ਰੱਖੀਏ, ਤੁਸੀਂ ਕਿਉਂ ਚਿੰਤਾ ਕਰਦੇ ਹੋ? ਹੁਣ ਤੁਸੀਂ ਤਾਂ ਦੇਤਾ। ਮਹਾਰਾਜ ਜੀ ਬੜਾ ਕੀਮਤੀ ਸੀ, ਅੱਗੋਂ ਬੋਲਿਆ। ਮਹਾਰਾਜ ਕਹਿੰਦੇ ਜੇ ਕੀਮਤੀ ਸੀ ਤਾਂ ਫਿਰ ਆ ਗੋਦਾਵਰੀ 'ਚ ਛਾਲ ਮਾਰ ਤੇ ਕੱਢ ਲੈ। ਉਹਨੇ ਝੱਟ ਛਾਲ ਮਾਰੀ, ਉਹਦਾ ਪਹਿਲਾਂ ਹੀ ਮਹਾਰਾਜ ਜੀ ਦੇ ਬਚਨ ਦੀ ਉਡੀਕ 'ਚ ਸੀ ਵੀ ਕੱਢ ਲਿਆਵਾਂ ਵਿੱਚੋਂ। ਜਦੋਂ ਮਾਰੀ ਗੋਦਾਵਰੀ 'ਚ ਛਾਲ, ਚੁੱਭਾ ਮਾਰਿਆ, ਕੀ ਵੇਖਦਾ ਕਿ ਗੋਦਾਵਰੀ ਵਿੱਚ ਨਗੀਨਿਆਂ ਤੇ ਹੀਰਿਆਂ ਦੇ ਅੰਬਾਰ ਲੱਗੇ ਪਏ ਨੇ। ਸੋਚੀ ਜੇ ਵੀ ਮੇਰੇ ਵਾਲਾ ਨਗੀਨਾ ਕਿਹੜਾ? ਸਮਝ ਆ ਗਈ। ਵਾਪਸ ਗੁਰੂ ਸਾਹਿਬ ਦੇ ਚਰਨਾਂ ਤੇ ਆ ਕੇ ਪ੍ਰਣਾਮ ਕੀਤੀ, ਮਹਾਰਾਜ ਖਿਮਾ ਕਰਿਓ, ਇਹ ਪੂਰੇ ਸੰਸਾਰ ਦੀ ਮਾਇਆ ਤੁਹਾਡੇ ਚਰਨਾਂ ਦੀ ਦਾਸੀ ਹੈ। ਇੱਥੇ ਗੁਰਦੇਵ ਨੇ ਜਿਹੜੀ ਕਲਾ ਵਰਤਾਈ, ਗੋਦਾਵਰੀ ਕਿਨਾਰੇ ਅੱਜ ਵੀ ਅਸਥਾਨ ਹੈ ਗੁਰਦੁਆਰਾ ਨਗੀਨਾ ਘਾਟ ਸਾਹਿਬ। ਮਹਾਰਾਜ ਜੀ ਜਦੋਂ ਆਪਣੇ ਸੇਵਕ ਤੇ ਕਿਰਪਾ ਕਰਕੇ ਉਹਨੂੰ ਉਹਦੇ ਅੰਦਰ ਚੁੱਭੀ ਮਰਵਾਉਂਦੇ ਆ ਨਾ, ਅੰਦਰਲੀ ਗੋਦਾਵਰੀ 'ਚ, ਤੇ ਜਦੋਂ ਅੰਦਰ ਚੁੱਭੀ ਮਾਰਦਾ ਗੁਰੂ ਕਾ ਸੇਵਕ, ਤਾਂ ਉੱਥੇ ਫਿਰ ਲਾਲ ਜਵੇਹਰ ਭਰੇ ਭੰਡਾਰ ਉਹ ਅੰਦਰੋਂ ਨਜ਼ਰ ਆ ਜਾਂਦੇ ਆ, ਦਿਖ ਪੈਂਦੇ ਆ। ਕਹਿੰਦੇ ਸਤਿਗੁਰਾਂ ਨੇ ਤਰਸ ਕੀਤਾ, ਅੰਦਰੋਂ ਹੀ ਕਹਿੰਦੇ ਉਹ ਕੀਮਤੀ ਲਾਲ ਤੇ ਜਵੇਹਰ ਦੇ ਭੰਡਾਰ ਜਿਹੜੇ ਸਨ ਉਹ ਭਰੇ ਹੋਏ ਨਜ਼ਰ ਆ ਗਏ। ਟੋਟ ਨਾ ਆਵੇ ਜਪ ਨਿਰੰਕਾਰ, ਪਰਮੇਸ਼ਰ ਦੇ ਜਾਪ ਨੂੰ ਜਪੀਏ ਤੇ ਟੋਟਾ ਨਹੀਂ ਆਉਂਦਾ। ਉਹਦੇ ਪਾਵਨ ਜਾਪ ਨੂੰ ਜਪ ਕੇ ਟੋਟਾ ਨਹੀਂ ਆਉਂਦਾ। ਉਹਦੇ ਜਾਪ ਦੇ ਵਿੱਚ ਬਰਕਤ ਹੀ ਇੰਨੀ ਹੈ। ਉਹਦੇ ਨਾਮ ਨੂੰ ਜਪੀਏ ਤੇ ਨਾਮ ਜਪ ਜਪ ਕੇ ਟੋਟੇ ਖਤਮ ਹੋ ਜਾਂਦੇ ਆ। ਹਾਂਜੀ, ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਸਤਿਗੁਰੂ ਜੀ ਦੇ ਅੰਮ੍ਰਿਤ ਰੂਪੀ ਸ਼ਬਦ ਨੂੰ ਕੋਈ ਵਿਰਲਾ ਜਨ ਹੈ ਜਿਹੜਾ ਪੀਂਦਾ ਹੈ। ਕੋਈ ਵਿਰਲਾ ਹੈ, ਕੋਏ ਦਾ ਮਤਲਬ ਹੁੰਦਾ ਕੋਈ ਵਿਰਲਾ ਜਨ ਹੈ ਜਿਹੜਾ ਸਤਿਗੁਰੂ ਜੀ ਦੇ ਅੰਮ੍ਰਿਤ ਸ਼ਬਦ ਨੂੰ ਪੀਂਦਾ ਹੈ, ਸਤਿਗੁਰਾਂ ਦੇ ਅੰਮ੍ਰਿਤਮਈ ਸ਼ਬਦ ਦਾ ਰਸ ਮਾਣਦਾ ਹੈ। ਨਾਨਕ ਤਾਂ ਕੀ ਪਰਮ ਗਤ ਹੋਏ, ਪਾਤਸ਼ਾਹ ਕਹਿੰਦੇ ਜਿਹੜਾ ਅੰਮ੍ਰਿਤ ਸ਼ਬਦ ਨੂੰ ਪੀ ਲੈਂਦਾ ਹੈ ਉਹਦੀ ਮੁਕਤੀ ਹੋ ਜਾਂਦੀ ਹੈ, ਉਹਨੂੰ ਪਰਮ ਗਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪਰਮਗਤ, ਪਰਮਗਤ ਦਾ ਮਤਲਬ ਹੁੰਦਾ ਸ੍ਰੇਸ਼ਟ ਮੁਕਤੀ, ਮੋਕਸ਼। ਉਸ ਨੂੰ ਸੁਤੇ ਸਿੱਧ ਪ੍ਰਾਪਤ ਹੋ ਜਾਂਦੀ ਹੈ ਜਿਹੜਾ ਸਤਿਗੁਰਾਂ ਦੇ ਸ਼ਬਦ ਰੂਪੀ ਅੰਮ੍ਰਿਤ ਨੂੰ ਪੀਂਦਾ ਹੈ।